ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨ ਸੇ ਦਾਲਦ ਦਲਘਾ। ਭਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਘਾ। ਮੇਰੇ ਮਨ ਭਜ ਰਾਮ ਨਾਮ ਅਤ ਬਿਰਘਾ, ਮੈਂ ਮਨ ਤਨ ਅਰਪ ਤਰਿਓ ਗੁਰ ਆਗੈ। ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾ। ਨਰਪਤ ਰਾਜੇ ਰੰਗ ਰਸ ਮਾਣਹਿ, ਬਿਨ ਨਾਵੈ ਪਕੜ ਖੜੇ ਸਭ ਕਲਘਾ। ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛੁਤਾਨੇ ਹੱਥ ਫਲਘਾ। ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸਰਣਾਗਤ ਪੁਰਖ ਪ੍ਰਤਪਲਘਾ। ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ। ਤੁਮ ਸਮਰੱਥ ਪੁਰਖ ਵਟੇ ਪ੍ਰਭ ਸੁਆਮੀ, ਮੋਕਉ ਕੀਜੈ ਦਾਨ ਹਰ ਨਿਮਗਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਰ ਨਾਮ ਵਿਟਹੁ ਸਦ ਕੁਮਘਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਅੰਦਰ ਸਾਹਿਬ ਸਤਿਗੁਰਾਂ ਦੇ ਮੁਬਾਰਕ ਅੰਗ 731 ਦੇ ਉੱਪਰ ਦਰਜ ਹੈ। ਇਸ ਪਾਵਨ ਸ਼ਬਦ ਦੇ ਅੰਦਰ ਜੋ ਰਹਿਮਤਾਂ ਭਰਿਆ ਉਪਦੇਸ਼ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ, ਉਹਨੂੰ ਅੱਜ ਆਪਾਂ ਵਿਚਾਰਨਾ ਹੈ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਬਦ, ਇਸ ਸ਼ਬਦ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਨੇ ਉਸ ਪਰਮਾਤਮਾ ਦੀ ਬੰਦਗੀ, ਉਸ ਪਰਮਾਤਮਾ ਦੇ ਨਾਮ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਜਾਂ ਜਿਹੜਾ ਇਨਸਾਨ ਉਸ ਪਰਮਾਤਮਾ ਦੀ ਬੰਦਗੀ ਦੇ ਅੰਦਰ ਜੁੜਦਾ ਹੈ, ਉਹਦੇ ਉੱਪਰ ਗੁਰੂ ਘਰੋਂ ਰਹਿਮਤਾਂ, ਗੁਰੂ ਘਰੋਂ ਬਖਸ਼ਿਸ਼ਾਂ ਕੀ ਹੁੰਦੀਆਂ ਨੇ। ਰਹਾਉ ਦੇ ਬੰਦ ਦੇ ਅੰਦਰ ਸਾਹਿਬਾਂ ਨੇ ਮਨ ਨੂੰ ਸੰਬੋਧਨ ਕੀਤਾ ਤੇ ਮਨ ਨੂੰ ਸੰਬੋਧਨ ਕਰਕੇ ਆਖਿਆ, ਐ ਮੇਰਿਆ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਸਭ ਤੋਂ ਪਿਆਰਾ ਹੈ। ਉਸ ਪਰਮਾਤਮਾ ਦੀ ਬੰਦਗੀ ਦੇ ਅੰਦਰ ਜੁੜ, ਜਿਸ ਪਰਮਾਤਮਾ ਦੀ ਬੰਦਗੀ ਵਰਗਾ ਕੁਝ ਹੋਰ ਨਹੀਂ ਇਸ ਕਾਇਨਾਤ ਦੇ ਅੰਦਰ। ਕਿਉਂਕਿ ਜਿਸ ਵੇਲੇ ਸੁਖਮਨੀ ਸਾਹਿਬ ਦਾ ਪਾਵਨ ਬੰਦ ਜਾਂ ਇਸ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ, ਤੇ ਬੜੀ ਹੈਰਾਨੀ ਹੁੰਦੀ ਕਈ ਵਾਰ ਜਦੋਂ ਸੁਖਮਨੀ ਸਾਹਿਬ ਦੀ ਆਰੰਭਤਾ ਪੜ੍ਹਦੇ ਆ ਤੇ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਮ ਤੋਂ ਸ਼ੁਰੂਆਤ ਕੀਤੀ ਹੈ।
ਜਦੋਂ ਸੁਖਮਨੀ ਸਾਹਿਬ ਅੰਮ੍ਰਿਤਮਈ ਬਾਣੀ ਨੂੰ ਵਿਚਕਾਰੋਂ ਪੜ੍ਹਦੇ ਹਾਂ ਤੇ ਉੱਥੇ ਵੀ ਪਰਮਾਤਮਾ ਦੇ ਨਾਮ ਦਾ ਜ਼ਿਕਰ ਹੈ। ਕਿਉਂਕਿ ਅੱਜ ਰਹਾਉ ਦੇ ਬੰਦ ਵਿੱਚ ਮੇਰੇ ਪਾਤਸ਼ਾਹ ਨੇ ਆਖਿਆ, ਮੇਰੇ ਮਨ ਉਸ ਪਰਮਾਤਮਾ ਦੇ ਨਾਮ ਨੂੰ ਜਪ। ਕਿਸ ਪਰਮਾਤਮਾ ਦੇ ਨਾਮ ਨੂੰ? ਜਿਹੜਾ ਸਭ ਤੋਂ ਉੱਚਾ ਹੈ। ਜਿਸ ਪਰਮਾਤਮਾ ਦੇ ਨਾਮ ਵਰਗਾ ਕੋਈ ਦੂਜਾ ਨਹੀਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉੱਚੇ ਨੂੰ ਹੀ ਜਪਿਆ ਜਾਏਗਾ ਨਾ। ਨੀਵਿਆਂ ਦੇ ਵੱਲ ਤੇ ਵੈਸੇ ਹੀ ਕੋਈ ਨਹੀਂ ਵੇਖਦਾ। ਸੰਸਾਰ, ਇਸ ਕਾਇਨਾਤ ਦੇ ਅੰਦਰ ਇਨਸਾਨ ਕਦੇ ਥੱਲੇ ਨਹੀਂ ਦੇਖਦਾ, ਹਮੇਸ਼ਾ ਉੱਪਰ ਹੀ ਦੇਖਦਾ ਹੈ, ਅੱਗੇ ਵੱਲ ਹੀ ਵੇਖਦਾ ਹੈ, ਪਿੱਛੇ ਮੁੜ ਕੇ ਨਹੀਂ ਦੇਖਦਾ। ਪਾਤਸ਼ਾਹ ਜੀ ਕਹਿੰਦੇ, ਭਾਈ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਿਰਫ ਇੱਥੋਂ ਤੱਕ ਨਹੀਂ, ਇਸ ਪਰਮਾਤਮਾ ਦੇ ਸਿਮਰਨ ਦੀਆਂ ਹੋਰ ਬਰਕਤਾਂ ਵੀ ਗੁਰੂ ਸਾਹਿਬ ਨੇ ਬਖਸ਼ੀਆਂ। ਕਹਿੰਦੇ, ਭਾਈ ਪ੍ਰਭ ਕੈ ਸਿਮਰਨ ਉਧਰੈ ਮੂਚਾ। ਮੂਚਾ ਦਾ ਅਰਥ ਹੈ ਬੇਅੰਤ। ਪਰਮਾਤਮਾ ਦਾ ਸਿਮਰਨ ਜਿਹੜਾ ਹੈ ਨਾ, ਇਸ ਸਿਮਰਨ ਨੂੰ ਕਰਕੇ, ਪਰਮਾਤਮਾ ਦੇ ਨਾਮ ਨੂੰ ਜਪ ਕੇ ਬੇਅੰਤ ਜੀਵ ਜਿਹੜੇ ਨੇ ਉਹਨਾਂ ਦਾ ਉਧਾਰ ਹੋ ਗਿਆ, ਉਤਰ ਗਏ ਇਸ ਭਵ ਸਾਗਰ ਤੋਂ। ਹੈਰਾਨੀ ਹੁੰਦੀ ਇਸ ਬਾਣੀ ਨੂੰ ਜਦੋਂ ਪੜ੍ਹਦੇ ਹਾਂ। ਇਸ ਬਾਣੀ ਦੀ ਸ਼ੁਰੂਆਤ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਤੇ ਬਾਣੀ ਦੀ ਆਰੰਭਤਾ ਦੇ ਵਿੱਚ ਕਹਿ ਦਿੱਤਾ, ਆਖਿਆ ਭਾਈ ਹਰ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਸਿਮਰ। ਪਰ ਆਰੰਭ ਵਿੱਚ ਆਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ। ਇੱਕ ਵਾਰ ਸਿਮਰੋ ਨਹੀਂ ਕਿਹਾ। ਜੇ ਕਹਿ ਦਿੱਤਾ ਨਾ ਸਿਮਰੋ, ਫਿਰ ਆਖਿਆ ਸਿਮਰ, ਫਿਰ ਆਖ ਦਿੱਤਾ ਸਿਮਰ। ਪਰ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਵਾਰ-ਵਾਰ ਸਿਮਰ ਕੇ, ਵਾਰ-ਵਾਰ ਜਪ ਕੇ ਸੁਖ ਪਾਵੋ, ਸੁਖ ਪ੍ਰਾਪਤ ਕਰੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਆਪਣੇ ਮਨ ਦੇ ਅੰਦਰਲੇ ਕਲਾ ਕਲੇਸ਼ ਜਿਹੜੇ ਨੇ ਉਹਨਾਂ ਨੂੰ ਮਿਟਾ ਲਓ, ਉਹਨਾਂ ਨੂੰ ਦੂਰ ਕਰ ਲਓ। ਕਿਉਂਕਿ ਪਰਮਾਤਮਾ ਦਾ ਨਾਮ ਹੀ ਦੁੱਖ ਮੇਟਣ ਵਾਲਾ ਹੈ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਪਰਮਾਤਮਾ ਤੇਰਾ ਨਾਮ ਹੀ ਦੁੱਖਾਂ ਨੂੰ ਮੇਟਣ ਵਾਲਾ ਹੈ, ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਦਾਰੂ ਵੀ ਪਰਮਾਤਮਾ ਦਾ ਨਾਮ ਹੀ ਹੈ। ਦਾਰੂ ਦਾ ਅਰਥ ਹੈ ਦਵਾਈ। ਪਰਮਾਤਮਾ ਦੇ ਨਾਮ ਵਰਗੀ ਔਸ਼ਧੀ ਕਿਤੇ ਵੀ ਨਹੀਂ ਮਿਲੇਗੀ, ਕਿਤੇ ਵੀ ਨਹੀਂ। ਨਾਮ ਔਖਦ, ਨਾਮ ਆਧਾਰ, ਅਰ ਨਾਮ ਸਮਾਦ ਸੁਖ। ਸਦਾ ਨਾਮ ਨਿਸ਼ਾਨ ਬੋ ਹੈ। ਨਾਮ ਔਖਦ ਗੁਰੂ ਸਾਹਿਬ ਨੇ ਆਖਿਆ। ਔਖਦ ਦਾ ਅਰਥ ਹੈ ਔਸ਼ਧੀ। ਪਰਮਾਤਮਾ ਦਾ ਨਾਮ ਸੱਚਮੁੱਚ ਔਸ਼ਧੀ ਹੈ। ਜੇ ਔਸ਼ਧੀ ਹੈ ਤਾਂ ਹੀ ਦੁੱਖਾਂ ਨੂੰ ਖਤਮ ਕਰੇਗਾ ਨਾ ਨਾਮ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਰਮਾਤਮਾ ਦੇ ਨਾਮ ਨੂੰ ਜਪਿਆ ਹੀ ਸਭ ਕੁਝ ਹੈ। ਤਾਂ ਹੀ ਇਸ ਬਾਣੀ ਦੇ ਅਖੀਰ ਤੇ ਜਾ ਕੇ ਗੁਰੂ ਸਾਹਿਬ ਨੇ ਆਖਿਆ, ਭਾਈ ਸਾਸ ਸਾਸ ਸਿਮਰੋ ਗੋਬਿੰਦ। ਹਰ ਸਾਹ ਦੇ ਨਾਲ ਉਠਤ ਬੈਠਤ ਸੋਵਤ ਧਿਆਈਐ। ਮੇਰੇ ਮਨ ਜਪ, ਮੇਰੇ ਮਨਾ ਜਪ ਉਸ ਪਰਮਾਤਮਾ ਦੇ ਨਾਮ ਨੂੰ, ਜਿਹਨੂੰ ਜਪਣ ਦੇ ਵਾਸਤੇ ਆਖਿਆ ਹਰ ਸਾਹ ਨਾਲ। ਉਠਤ ਬੈਠਤ ਸੋਵਤ ਧਿਆਈਐ। ਉੱਠਦਿਆਂ ਬਹਿੰਦਿਆਂ ਸੁੱਤਿਆਂ, ਇੱਥੋਂ ਤੱਕ ਕਹਿ ਦਿੱਤਾ ਕਿ ਰਸਤੇ ਤੇ ਚੱਲਦਿਆਂ ਵੀ ਪਰਮਾਤਮਾ ਦਾ ਨਾਮ ਜਪ। ਕੋਈ ਇਹੋ ਜਿਹਾ ਸਮਾਂ ਤੇਰੀ ਜ਼ਿੰਦਗੀ ਦੇ ਅੰਦਰ ਨਾ ਆਵੇ ਕਿ ਜਿਸ ਸਮੇਂ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਏ। ਕੋਈ ਇਹੋ ਜਿਹਾ ਸਮਾਂ ਨਾ ਆਵੇ। ਹਰ ਵੇਲੇ, ਹਰ ਘੜੀ, ਹਰ ਪਲ ਉਹਦੇ ਬੰਦਗੀ ਦੇ ਅੰਦਰ ਜੁੜਿਆ ਰਹਿ। ਤੇ ਜੁੜਨਾ ਕਿਵੇਂ ਆ, ਇਹ ਵੀ ਸਾਨੂੰ ਬਾਣੀ ਨੇ ਸਮਝਾਇਆ। ਗੱਲ ਨਹੀਂ ਕਿ ਜੁੜਿਆ ਨਹੀਂ ਜਾ ਸਕਦਾ, ਜੁੜਿਆ ਜਾ ਸਕਦਾ ਹੈ। ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਨੇ ਸਮਝਾਇਆ ਅੰਮ੍ਰਿਤਮਈ ਬਾਣੀ ਦੇ ਅੰਦਰ। ਕਹਿੰਦੇ, ਭਾਈ ਇੱਕ ਬੱਚਾ ਪਤੰਗ ਉਡਾਉਂਦਾ ਹੈ। ਆ ਨੀਲੇ ਕਾਗਦ ਕਾਟੀਲੇ ਗੂਢੀ ਆਕਾਸ਼ ਮੱਧੇ ਭਰਮੀ ਵਾਲੇ। ਇੱਕ ਬੱਚੇ ਨੇ ਪਤੰਗ ਉਡਾਇਆ। ਪਤੰਗ ਆਕਾਸ਼ ਦੇ ਵਿੱਚ ਚੱਕਰ ਕੱਟ ਰਿਹਾ ਅਸਮਾਨ ਦੇ ਅੰਦਰ। ਬੱਚੇ ਦੇ ਹੱਥ ਵਿੱਚ ਡੋਰ ਫੜੀ ਹੈ। ਉਸ ਡੋਰ ਦੇ ਨਾਲ ਉਸ ਪਤੰਗ ਨੂੰ ਕੰਟਰੋਲ ਕਰ ਰਿਹਾ ਬੱਚਾ। ਤੇ ਸੱਚੇ ਪਾਤਸ਼ਾਹ ਕਹਿੰਦੇ, ਭਾਈ ਉਸ ਬੱਚੇ ਦੇ ਕੋਲ ਨਾ 5-7 ਹੋਰ ਬੱਚੇ, 5-7 ਹੋਰ ਨਿਆਣੇ ਆ ਕੇ ਖੜੇ ਹੋ ਜਾਂਦੇ ਨੇ। ਆਪਾਂ ਦੇਖਦੇ ਹਾਂ
ਉਹ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ 5-7 ਬੱਚਿਆਂ ਦੇ ਨਾਲ। ਧਿਆਨ ਭਾਵੇਂ ਬੱਚਿਆਂ ਵੱਲ ਅਸੀਂ ਸਮਝ ਲਈਏ, ਪਰ ਕਦੇ ਇਹੋ ਜਿਹਾ ਸਮਾਂ ਤੁਸੀਂ ਵੇਖਿਆ ਕਿ ਬੱਚਿਆਂ ਨਾਲ ਗੱਲਾਂ ਕਰਦਾ ਉਹ ਬੱਚਾ ਪਤੰਗ ਜ਼ਮੀਨ 'ਤੇ ਸੱਟ ਲੈਂਦਾ ਹੋਵੇ? ਨਹੀਂ, ਉਹਦੀ ਸੁਰਤੀ ਪਤੰਗ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਧਿਆਨ ਜਿਹੜਾ ਹੈ ਨਾ, ਉਹ ਪਤੰਗ ਕਦੇ ਥੱਲੇ ਨਹੀਂ ਡਿੱਗਣ ਦਿੰਦਾ। ਨੀਲੇ ਕਾਗਜ਼ ਕਾਟੀ ਲੈ ਗੂਢੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ। ਇਸ ਤਰ੍ਹਾਂ ਅੱਜ ਵੀ ਆਖਿਆ, ਮੇਰੇ ਮਨ ਜਪ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਜਪ ਉਸ ਪਰਮਾਤਮਾ ਦਾ ਨਾਮ ਹਰ ਵੇਲੇ ਜਪ, ਕਿਉਂਕਿ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਨੂੰ ਦੂਰ ਕਰਦਾ ਭਾਈ। ਮੈਂ ਤਾਂ ਹੀ ਇਹ ਬੇਨਤੀ ਕਰ ਚੁੱਕਿਆ ਕਿ ਔਸ਼ਧੀ ਵੀ ਪਰਮਾਤਮਾ ਦਾ ਨਾਮ ਹੈ, ਜਿਹਨੂੰ ਦਵਾਈ ਅਸੀਂ ਕਹਿੰਦੇ ਹਾਂ। ਇੱਕ ਬੇਨਤੀ ਮੈਂ ਹੋਰ ਕਰਾਂ। ਇੱਕ ਆਮ ਗੱਲ ਕਹੀ ਜਾਂਦੀ, ਅਸੀਂ ਸੁਣਦੇ ਵੀ ਹਾਂ ਤੇ ਕਹਿੰਦੇ ਵੀ ਹਾਂ ਕਿ ਭਾਈ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਮੈਂ ਆਪਣੇ ਵਿਸ਼ੇ ਤੇ ਬਾਹਰ ਨਹੀਂ ਹਾਂ ਕਿ ਕੁਝ ਵੀ ਨਾਲ ਨਹੀਂ ਜਾਣਾ, ਤੇ ਇੱਥੇ ਬੈਠ ਕੇ ਮੇਰੇ ਵਰਗੇ ਕਹਿੰਦੇ ਨੇ ਭਾਈ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਆਪਾਂ ਕਹਿ ਦਿੰਦੇ ਆ ਨਾ ਕਿ ਸਰੀਰ ਵੀ ਇੱਥੇ ਸੜ ਜਾਣਾ, ਤੇਰਾ ਆਪਣਾ ਤਨ, ਤੇਰਾ ਆਪਣਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਕਹਿ ਦਿੰਦੇ ਆ ਵੀ ਕੁਝ ਵੀ ਨਹੀਂ ਜਾਣਾ, ਪਰ ਬਾਣੀ ਕਹਿੰਦੀ ਹੈ ਪਰਮਾਤਮਾ ਦਾ ਨਾਮ ਤੇਰੇ ਨਾਲ ਜਾਏਗਾ। ਮੈਂ ਨਹੀਂ ਕਹਿ ਰਿਹਾ, ਇਹ ਵੀ ਸੁਖਮਨੀ ਸਾਹਿਬ ਦਾ ਹੀ ਬੰਦ। ਅਸੀਂ ਸੁਖਮਨੀ ਸਾਹਿਬ ਬਾਣੀ ਰੋਜ਼ ਪੜ੍ਹਦੇ ਹਾਂ, ਬਸ ਫਰਕ ਇਹ ਆ ਕਿ ਉਸ ਬਾਣੀ ਨੂੰ ਕਦੇ ਵਿਚਾਰਦੇ ਨਹੀਂ, ਅਸੀਂ ਸਮਝਦੇ ਨਹੀਂ ਹਾਂ। ਸੱਚੇ ਪਾਤਸ਼ਾਹ ਨੇ ਪਤਾ ਕੀ ਆਖਿਆ ਉਸ ਬਾਣੀ ਦੇ ਅੰਦਰ? ਕਹਿੰਦੇ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ। ਕੋਸਾ, ਕੋਸ ਜਿਹਨੂੰ ਅਸੀਂ ਕਹਿੰਦੇ ਹਾਂ, ਕਿਲੋਮੀਟਰ, ਮਾਈਲਸ ਕਹਿ ਲਈਏ ਅਸੀਂ। ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਨਾ, ਜਿਸ ਰਸਤੇ 'ਤੇ ਉਹਨੂੰ ਚੱਲ ਕੇ ਜਾਣਾ ਪੈਂਦਾ, ਉੱਥੇ ਕੋਈ ਕਿਲੋਮੀਟਰ ਨਹੀਂ ਹੈ, ਉੱਥੇ ਕੋਈ ਗਿਣਤੀ ਮਿਣਤੀ ਨਹੀਂ ਹੈ ਕਿ ਇੰਨੇ ਕਿਲੋਮੀਟਰ ਚੱਲ ਕੇ ਜਾਣਾ, ਇੰਨੇ ਮਾਈਲਸ ਚੱਲ ਕੇ ਜਾਣਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਕੁਝ ਵੀ ਗਿਣਤੀ ਮਿਣਤੀ ਭਲਿਆ ਕੁਝ ਵੀ ਨਹੀਂ ਨਾਲ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਨੇ। ਤੋਸ਼ਾ ਸ਼ਬਦ ਇਹਦੇ ਸ਼ਾਬਦਿਕ ਅਰਥ ਬਣਦੇ ਨੇ। ਜਦੋਂ ਅਸੀਂ ਕਿਤੇ ਜਾਂਦੇ ਹਾਂ ਨਾ, ਕਿਤੇ ਵੀ, ਤੇ ਕੁਝ ਖਾਣ ਪੀਣ, ਹਰ ਜੋ ਵੀ ਚੀਜ਼ਾਂ ਅਸੀਂ ਲੋੜ ਦੀਆਂ ਨਾਲ ਲੈ ਕੇ ਜਾਂਦੇ, ਉਹਨੂੰ ਤੋਸ਼ਾ ਕਹਿੰਦੇ ਨੇ। ਤੇ ਭਾਈ ਜਿੱਥੇ ਕੁਝ ਨਾਲ ਨਹੀਂ, ਉੱਥੇ ਪਰਮਾਤਮਾ ਦਾ ਨਾਮ ਤੇਰੇ ਨਾਲ ਤੋਸਾ ਬਣ ਕੇ ਜਾਏਗਾ, ਬਸ਼ਰਤੇ ਤੇਰੇ ਕੋਲੋਂ ਨਾਮ ਹੋਵੇ, ਤੂੰ ਸਾਂਭਿਆ ਹੋਵੇ। ਫਿਰ ਬੇਨਤੀ ਨੂੰ ਸਮਝੀਏ, ਜਾਏਗਾ ਜ਼ਰੂਰ ਪਰਮਾਤਮਾ ਦਾ ਨਾਮ, ਪਰ ਤਾਂ ਜਾਏਗਾ ਜੇ ਸਾਡੇ ਕੋਲ ਹੈ। ਜੇ ਸਾਡੇ ਕੋਲ ਪਰਮਾਤਮਾ ਦਾ ਨਾਮ ਹੈ ਹੀ ਨਹੀਂ, ਜੇ ਅਸੀਂ ਜਪਿਆ ਹੀ ਨਹੀਂ, ਤੇ ਜਾਏਗਾ ਕਿਵੇਂ? ਨਾਲ ਤੇ ਉਹੀ ਕੁਝ ਜਾਏਗਾ ਨਾ ਜੋ ਸਾਡੇ ਕੋਲ ਹੈ, ਨਹੀਂ ਤੇ ਉਹ ਵੀ ਨਹੀਂ ਜਾਣਾ। ਇਹ ਬੰਦ ਬੜੇ ਕਮਾਲ ਦਾ ਏ। ਜਿਹ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਿਹ ਪੈਂਡੈ ਮਹਾ ਅੰਧ ਗੁਬਾਰਾ। ਜਿਸ ਰਸਤੇ ਤੇ ਘੁੱਪ ਹਨੇਰਾ ਹੈ। ਅੰਧ ਗੁਬਾਰੇ ਦਾ ਅਰਥ ਹੈ ਘੁੱਪ ਹਨੇਰਾ। ਅਸੀਂ ਕਹਿੰਦੇ ਨਾ ਇੰਨਾ ਹਨੇਰਾ, ਹੱਥ ਨੂੰ ਹੱਥ ਵੀ ਨਜ਼ਰ ਨਹੀਂ ਆਉਂਦਾ, ਇੰਨਾ ਹਨੇਰਾ। ਤੇ ਹਰ ਕਾ ਨਾਮ ਸੰਗ ਉਜਿਆਰਾ। ਪਰਮਾਤਮਾ ਦਾ ਨਾਮ ਜੇ ਤੇਰੇ ਕੋਲ ਹੈ ਤੇ ਉਹ ਉਜਾਲਾ, ਰੌਸ਼ਨੀ, ਪ੍ਰਕਾਸ਼, ਚਾਨਣ, ਲਾਈਟ ਬਣ ਕੇ ਤੇਰੇ ਨਾਲ ਚੱਲੇਗਾ, ਤੇ ਚੱਲੇਗਾ ਉਸ ਹਨੇਰੇ ਦੇ ਅੰਦਰ। ਜੇ ਤੇਰੇ ਕੋਲ ਹੈ ਤਾਂ, ਉਸ ਤੋਂ ਬਿਨਾਂ ਨਹੀਂ। ਅਸੀਂ ਫਿਰ ਵੀ ਕਹਿ ਦਿੰਦੇ ਹਾਂ ਨਾਲ ਕੁਝ ਨਹੀਂ ਜਾਣਾ, ਪਰ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਪੱਲੇ ਨਾਮ ਦੀ ਗਠੜੀ ਬੰਨ੍ਹ ਲੈ, ਆਪਣੇ ਪੱਲੇ ਨਾਮ ਦੀ ਗਠੜੀ ਬੰਨ੍ਹ ਲਏਗਾ ਤੇ ਇਹ ਇੱਥੇ ਨਹੀਂ ਰਹੇਗੀ। ਸਰੀਰ ਭਾਵੇਂ ਰਹਿ ਜਾਏ, ਪਰ ਜਿੰਦ ਦੇ ਨਾਲ ਪਰਮਾਤਮਾ ਦਾ ਨਾਮ ਜਾਏਗਾ ਹੀ ਜਾਏਗਾ। ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੋ। ਜਿਸ ਰਸਤੇ 'ਤੇ ਤੇਰਾ ਜਾਣ ਪਛਾਣ ਵਾਲਾ ਵੀ ਕੋਈ ਤੇਰੇ ਨਾਲ ਨਹੀਂ ਹੈ, ਕੋਈ ਤੈਨੂੰ ਪਛਾਣਦਾ ਹੀ ਨਹੀਂ, ਸਿਆਣਦਾ ਹੀ ਨਹੀਂ ਕੋਈ। ਹਰ ਕਾ ਨਾਮ ਤਹਿ ਨਾਲ ਪਛਾਨੂ। ਤੇਰੀ ਪਛਾਣ ਬਣ ਕੇ ਨਾਲ ਚੱਲੇਗਾ ਪਰਮਾਤਮਾ ਦਾ ਨਾਮ। ਇਹ ਪੰਕਤੀ ਸਮਝਣੀ ਪਏਗੀ ਸਾਨੂੰ। ਸਮਝਣੀ ਤਾਂ ਪਏਗੀ, ਮੌਤ ਤੋਂ ਬਾਅਦ ਸਾਡੀ ਕੋਈ ਪਛਾਣ ਨਹੀਂ ਰਹਿ ਜਾਂਦੀ। ਮੈਂ ਇਸ ਜੀਵਨ ਦੇ ਅੰਦਰ ਜਿਉਂਦਿਆਂ ਪਰਮਜੀਤ ਸਿੰਘ ਆ, ਮੌਤ ਤੋਂ ਬਾਅਦ ਪਰਮਜੀਤ ਸਿੰਘ ਥੋੜ੍ਹੀ ਆ। ਮੈਂ ਉੱਥੇ ਕੋਈ ਪਛਾਣ ਥੋੜ੍ਹੀ ਹੈ ਸਾਡੀ।
ਸਾਡੇ ਨਾਂ ਜਿਹੜੇ ਨੇ ਉਹ ਜਿਉਂਦਿਆਂ ਸਾਡੇ ਨਾਲ ਨਾਮ ਨਾਲ ਨੇ। ਉਹ ਸੰਸਾਰ ਵਿੱਚ ਰਹਿੰਦੇ ਨੇ ਕੋਈ 2 4 5 7 ਸਾਲ ਅਤੇ ਬਾਅਦ ਵਿੱਚ ਉੱਥੇ ਵੀ ਖਤਮ। ਪਰਿਵਾਰ ਹੀ ਭੁੱਲ ਜਾਂਦਾ ਵੀ ਸਾਡਾ ਕੋਈ ਬਜ਼ੁਰਗ ਵੀ ਇਹੋ ਜਿਹਾ ਸੀ। 2 ਸਾਲ ਫੋਟੋ ਕੰਧ 'ਤੇ ਲਮਕਦੀ ਹੈ, 3 ਸਾਲ ਜਦੋਂ ਫੋਟੋ ਦਾ ਰੰਗ ਉੱਡਣ ਲੱਗਦਾ ਉਹਨੂੰ ਲਾ ਕੇ ਸੱਟ ਦਿੰਦੇ ਨੇ, ਖਤਮ ਕੰਮ। ਇਹ ਕੁਝ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਤੇਰੀ ਪਛਾਣ ਕੋਈ ਨਹੀਂ ਹੈ, ਪਰ ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਹੈ ਤੇ ਤੇਰੀ ਪਛਾਣ ਬਣ ਕੇ ਜਾਏਗਾ ਹੀ ਜਾਏਗਾ ਤੇਰੇ ਨਾਲ। ਹਰ ਕਾ ਨਾਮ ਤਿਹ ਨਾਲ ਪਛਾਣੋ। ਕਿੰਨੀ ਕਮਾਲ ਦੀ ਗੱਲ। ਅਸੀਂ ਫਿਰ ਵੀ ਕਹਿ ਦਿੰਦੇ ਹਾਂ ਵੀ ਬੰਦਗੀ ਦਾ ਕੋਈ ਲਾਭ ਨਹੀਂ। ਤੋਤਾ ਰਟਨ ਕਹਿੰਦੇ ਇਹਨੂੰ, ਤੋਤਾ ਰਟਨ ਕਹਿਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜਪਨ ਨੂੰ। ਤੇ ਇਹ ਬਚਨ ਪੜ੍ਹ ਜ਼ਰੂਰ ਲੈਂਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਹੈ, ਤੇ ਕੰਡੀਸ਼ਨ ਕੀ ਰੱਖੀ? ਜਪ ਵਾਹਿਗੁਰੂ ਤੇ ਗੁਰਮੰਤਰ ਹੈ ਹੀ ਇਹ, ਉਹ ਤੇ ਰਹੇਗਾ। ਅਸੀਂ ਭਾਵੇਂ ਜਪੀਏ ਤੇ ਭਾਵੇਂ ਨਾ ਜਪੀਏ, ਉਹ ਤੇ ਗੁਰਮੰਤਰ ਹੀ ਰਹਿਣਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਚਾਹਣਾ ਹੈ ਨਾ ਤੇਰੇ ਅੰਦਰਲੀ ਹਉਮੈ ਖਤਮ ਹੋਏ ਤੇ ਤੈਨੂੰ ਜਪਣਾ ਪਏਗਾ। ਜਪ ਕੇ ਹੀ ਹਉਮੈ ਖਤਮ ਹੋਏਗੀ, ਉਹ ਤੋਂ ਬਿਨਾਂ ਨਹੀਂ। ਵਾਹਿਗੁਰੂ ਨਾਮ ਜਹਾਜ਼ ਹੈ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਕੰਡੀਸ਼ਨਸ ਹੁੰਦੀਆਂ ਨੇ, ਉਸ ਤੋਂ ਬਿਨਾਂ ਨਹੀਂ। ਕੰਡੀਸ਼ਨਸ ਹੈ। ਅਸੀਂ ਆਹ ਸ਼ਬਦ ਪੜ੍ਹ ਲੈਂਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਪਰ ਕੰਡੀਸ਼ਨ ਕਦੇ ਨਹੀਂ ਨਾਲ ਵਾਲੀ ਸਮਝੀ। ਗੁਰੂ ਸਾਹਿਬ ਕਹਿੰਦੇ ਜੇ ਸਤਿਗੁਰ ਨਦਰ ਕਰੇ ਜੇ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਸ ਤੋਂ ਬਿਨਾਂ ਨਹੀਂ। ਤੇ ਉੱਥੇ ਵੀ ਕਹਿ ਦਿੱਤਾ ਨਿਮਖ ਏਕ ਹਰ ਨਾਮ ਦੇ, ਨਾਮ ਦੇ। ਗੱਲ ਇੱਥੇ ਆ ਕੇ ਮੁੱਕਣੀ। ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਸੱਚਮੁੱਚ ਗਠੜੀ ਬਣ ਕੇ ਸਾਡੇ ਨਾਲ ਉਹ ਜਾਂਦੀ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਨੇ ਨਾ ਇਸੇ ਨਾਮ ਦੇ ਪਰਥਾਏ ਜਿਹੜਾ ਬਚਨ ਕਿਹਾ ਨਾ, ਉਹ ਬੜੇ ਕਮਾਲ ਦਾ ਹੈ। ਸਤਿਗੁਰਾਂ ਨੇ ਆਖਿਆ ਭਾਈ ਐ ਮੇਰਿਆ ਮਨਾ ਉਸ ਪਰਮਾਤਮਾ ਦੀ ਬੰਦਗੀ ਕਰ। ਐ ਮੇਰਿਆ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਜਪ। ਰਹਾਉ ਦੇ ਬੰਦ ਵਿੱਚ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ। ਪਿਆਰੇ ਦਾ ਉਸ ਪਰਮਾਤਮਾ ਦਾ ਨਾਮ ਭਜ, ਪਰਮਾਤਮਾ ਦਾ ਨਾਮ ਜਪ, ਜਪ ਸਿਮਰ। ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ। ਫਿਰ ਆਖਿਆ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ। ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਰੱਖ ਦਿੱਤਾ। ਤੇ ਕੀ ਕਹਿੰਦੇ? ਕਹਿੰਦੇ ਸਿਰ ਵੇਚ ਦਿਓ ਮੁੱਲ ਮਹਿੰਗਾ। ਮੈਂ ਆਪਣਾ ਜਿਹੜਾ ਸਿਰ ਹੈ ਉਹ ਬੜੇ ਮਹਿੰਗੇ ਮੁੱਲ ਵਿੱਚ ਵੇਚ ਦਿੱਤਾ, ਗੁਰੂ ਦੇ ਅੱਗੇ ਜੋ ਅਰਪਣ ਕਰ ਦਿੱਤਾ। ਉਸ ਤੋਂ ਵੱਧ ਕੀਮਤ ਕੌਣ ਪਾ ਸਕਦਾ ਹੈ? ਗੁਰੂ ਤੋਂ ਵੱਧ। ਗੁਰੂ ਸੱਚਾ ਹੋਵੇ ਉਦੋਂ ਵੱਧ ਮੁੱਲ ਕੋਈ ਨਹੀਂ ਪਾ ਸਕਦਾ। ਫਿਰ ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਆਖਿਆ, ਕਹਿੰਦੇ ਹਰ ਹਰ ਨਾਮ ਭਜਿਓ ਪੁਰਖੋਤਮ। ਹਰ ਹਰ ਨਾਮ ਭਜਿਓ ਪੁਰਖੋਤਮ। ਪੁਰਖੋਤਮ ਪਰਮਾਤਮਾ ਨੂੰ ਕਿਹਾ ਗਿਆ। ਇਹਦਾ ਸ਼ਾਬਦਿਕ ਅਰਥ ਬੜੇ ਕਮਾਲ ਦਾ ਹੈ। ਪੁਰਖੋਤਮ ਦਾ ਅਰਥ ਦੋ ਸ਼ਬਦਾਂ ਦਾ ਇਹ ਮੇਲ ਹੈ। ਸੰਧੀ ਵਿਛੇਦ ਕਰੀਏ ਤੇ ਇੱਕ ਸ਼ਬਦ ਹੈ ਪੁਰਖ, ਦੂਸਰਾ ਸ਼ਬਦ ਹੈ ਉੱਤਮ। ਪੁਰਖੋਤਮ, ਉੱਤਮ ਪੁਰਖ ਜਿਹੜਾ ਹੈ, ਪਰਮਾਤਮਾ ਸਭ ਤੋਂ ਉੱਤਮ ਪੁਰਖ ਹੈ। ਤੇ ਉਸ ਪਰਮਾਤਮਾ ਦੇ ਉੱਤਮ ਪੁਰਖ ਦੇ ਨਾਮ ਨੂੰ ਭਜਣਾ ਹੈ, ਉਹਦੇ ਨਾਮ ਨੂੰ ਜਪਣਾ ਹੈ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਗ ਦਲਗਾ। ਫਿਰ ਕੀ ਹੋਏਗਾ? ਜਿਹੜਾ ਨਾਮ ਜਪਦਾ ਏ, ਪਾਤਸ਼ਾਹ ਕਹਿੰਦੇ ਵੀ ਉਹਦੇ ਸਾਰੇ ਦਲਿੱਦਰ ਜਿਹੜੇ ਨੇ, ਉਹਦੇ ਸਾਰੇ ਜਿਹੜੇ ਪਾਪ ਨੇ ਉਹ ਖਤਮ ਹੋ ਜਾਣਗੇ, ਬਿਨਸ ਜਾਣਗੇ, ਨਾਸ਼ ਹੋ ਜਾਏਗਾ ਉਹਨਾਂ। ਪਰ ਜਿਹੜਾ ਜਪਦਾ ਏ ਉਹਦੇ, ਦੂਜੇ ਦੇ ਨਹੀਂ। ਭਾਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ। ਕਹਿੰਦੇ ਫਿਰ ਹੋਰ ਕੀ ਹੋਏਗਾ? ਗੁਰੂ ਦੇ ਸ਼ਬਦ ਦੀ ਰਾਹੀਂ ਜਨਮ ਤੇ ਮਰਨ ਦਾ ਭਾਵ ਵੀ ਸਦਾ ਦੇ ਵਾਸਤੇ ਮਿਟ ਗਿਆ। ਇਹ ਡਰ ਹੈ ਸਾਡੇ ਅੰਦਰ ਜਨਮ ਤੇ ਮੌਤ ਦਾ, ਇਹ ਦੁੱਖ ਹੈ। ਅਸੀਂ ਸਿਰਫ ਮੌਤ ਨੂੰ ਦੁੱਖ ਸਮਝਦੇ ਹਾਂ। ਮੇਰੀ ਬੇਨਤੀ ਵੱਲ ਧਿਆਨ ਦਿਆ ਜੇ ਥੋੜਾ। ਇਨਸਾਨ ਜਿਹੜਾ ਹੈ ਉਹ ਸਿਰਫ ਮੌਤ ਨੂੰ ਦੁੱਖ ਸਮਝਦਾ ਹੈ, ਪਰ ਬਾਣੀ ਕਹਿ ਰਹੀ ਹੈ ਜਨਮ ਵੀ ਦੁੱਖ ਹੈ। ਜਨਮ ਦੁੱਖ ਕਿਉਂ ਹੈ? ਜਨਮ ਲਿਆ ਤੇ ਪਰਮਾਤਮਾ ਤੋਂ ਵਿਛੋੜਾ ਪੈ ਗਿਆ ਨਾ। ਸਭ ਤੋਂ ਵੱਡਾ ਦੁੱਖ ਅਸਲ ਵਿੱਚ ਜਨਮ ਹੈ। ਇੱਥੇ ਦੋ ਸ਼ਬਦ ਨੇ, ਭਾਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ। ਜਨਮ ਤੇ ਮਰਨ ਦਾ ਭਾਉ ਗੁਰੂ ਦੇ ਸ਼ਬਦ ਦੀ ਰਾਹੀਂ ਮੇਟ ਲਿਆ, ਖਤਮ ਹੋ ਗਿਆ।
ਅਸੀਂ ਬਚਨ ਪੜ੍ਹਦੇ ਹਾਂ, ਸਾਨੂੰ ਯਾਦ ਹੈ ਸਾਰਿਆਂ ਨੂੰ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ। ਇਹ ਸ਼ਬਦ ਹੈ ਪਰਸਿਆ, ਪਰਸੀਆ ਸ਼ਬਦ ਨਹੀਂ ਹੈ। ਇੱਥੇ ਸੱਸੇ ਨੂੰ ਬਿਹਾਰੀ ਨਹੀਂ, ਸੱਸੇ ਨੂੰ ਸਿਹਾਰੀ ਹੈ। ਦਰਸ਼ਨ ਪਰਸਿਆ, ਚਰਨ ਪਰਸਨਾ ਹੁੰਦਾ ਹੈ, ਚਰਨ ਪਰਸਨਾ ਨਹੀਂ ਹੁੰਦਾ। ਸੱਸੇ ਨੂੰ ਬਿਹਾਰ ਚਰਨ ਪਰਸੀ ਨਹੀਂ ਹੁੰਦਾ, ਚਰਨ ਪਰਸਨਾ ਹੁੰਦਾ ਹੈ। ਦਰਸ਼ਨ ਪਰਸਿਆ ਗੁਰੂ ਕੈ, ਤੇ ਕੀ ਹੁੰਦਾ ਹੈ ਫਿਰ? ਜਨਮ ਮਰਨ ਦੁੱਖ ਜਾਏ। ਦੋਨਾਂ ਦੁੱਖਾਂ ਦਾ ਜ਼ਿਕਰ ਹੈ, ਜਨਮ ਤੇ ਮੌਤ। ਸੱਚੇ ਬਾਦਸ਼ਾਹ ਕਹਿੰਦੇ ਦੋਨੋਂ ਦੁੱਖ ਮਿਟ ਜਾਣਗੇ, ਪਰ ਕਿਵੇਂ? ਦਰਸ਼ਨ ਪਰਸਿਆ ਗੁਰੂ ਕੈ। ਜਨਮ ਵੀ ਦੁੱਖ ਹੈ ਤੇ ਭਲਿਓ ਮੌਤ ਵੀ, ਦੋਵੇਂ ਦੁੱਖ ਨੇ। ਭਾਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ। ਤੇ ਫਿਰ ਕੀ ਹੋਇਆ? ਹਰ ਅਸਥਿਰ ਸੇਵ ਸੁਖ ਸਮਘਾ। ਕਹਿੰਦੇ ਉਸ ਪਰਮਾਤਮਾ ਨੂੰ ਅਸਥਿਰ ਸੇਵ, ਜਿਹੜਾ ਸਥਿਰ ਹੈ, ਜਿਹੜਾ ਸਭ ਵਾਸਤੇ ਸਮਾਨ ਇੱਕੋ ਜਿਹਾ, ਉਸ ਪਰਮਾਤਮਾ ਨੂੰ ਸੇਵ, ਉਹਨੂੰ ਸਿਮਰ, ਉਹਨੂੰ ਜਪ, ਉਹਦੀ ਬੰਦਗੀ ਕਰ, ਉਹਦੇ ਨਾਮ ਵਿੱਚ ਜੁੜ। ਉਹ ਸਾਰੇ ਦੁੱਖ ਦੂਰ ਕਰ ਦਿੰਦਾ ਹੈ, ਸਾਰੇ। ਮੈਂ ਥੋੜ੍ਹਾ ਜਿਹਾ ਇਤਿਹਾਸ ਵਿੱਚੋਂ ਬੇਨਤੀ ਕਰਦਾ ਜਾਵਾਂ। ਹੈਰਾਨੀ ਹੁੰਦੀ ਇਸ ਬਚਨ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਦੇ ਹਾਂ। ਇਨਸਾਨ ਦੇ ਵਾਸਤੇ, ਇੱਕ ਇਨਸਾਨ ਦਾ ਨਾਮ ਲੈ ਕੇ ਉਹਦੇ ਲਈ ਸ਼ਬਦ ਆਇਆ ਹੈ ਪਾਪੀ। ਕਿੰਨੇ ਪਾਪ ਉਹਨੇ ਆਪਣੇ ਜੀਵਨ ਦੇ ਅੰਦਰ ਕੀਤੇ ਹੋਣਗੇ ਵੀ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਾਪੀ ਕਹਿ ਦਿੱਤਾ। ਸਮਝ ਰਹੇ ਹੋ ਨਾ ਮੇਰੀ ਬੇਨਤੀ? ਦੋ ਇਨਸਾਨਾਂ ਦੇ ਨਾਮ ਨੇ, ਇੱਕ ਨੂੰ ਭਾਈ ਗੁਰਦਾਸ ਜੀ ਨੇ ਕਿਹਾ, ਇੱਕ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਇਆ ਅਜਾਮਲ ਪਾਪੀ, ਜਗ ਜਾਣਾ। ਕਿੰਨਾ ਵੱਡੇ, ਕਿੰਨੇ ਮੰਦੇ ਉਹਦੇ ਕਰਮ ਹੋਣਗੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਾਪੀ ਕਹਿ ਦਿੱਤਾ। ਭਾਈ ਗੁਰਦਾਸ ਜੀ ਨੇ ਗਣਿਕਾ ਦੇ ਵਾਸਤੇ ਸ਼ਬਦ ਵਰਤਿਆ, ਗਣਿਕਾ ਪਾਪਣ। ਮੇਰੀ ਬੇਨਤੀ ਨੂੰ ਆਪ ਜੀ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਿਹਾ? ਕਿਸ ਹੱਦ ਤੱਕ ਨੀਚ ਕਰਮ ਹੋਣਗੇ ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ ਇਹ ਪਾਪਣ ਹੈ। ਕਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਇਹਨੇ ਪਾਪ ਆਪਣੇ ਜੀਵਨ ਦੇ ਅੰਦਰ ਕਰ ਲਏ, ਮਾਨੋ ਪਾਪਾਂ ਦਾ ਹਾਰ ਪਰੋ ਕੇ ਗਲ ਵਿੱਚ ਪਾ ਲਿਆ। ਇੱਕ ਪਾਪ ਨਹੀਂ, ਦੋ ਨਹੀਂ, 10 ਨਹੀਂ, ਸੈਂਕੜੇ ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਪਾਪ ਨੇ। ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨਹਾਰਾ। ਉਹ ਸਿਰਫ ਸੰਸਾਰ ਦੇ ਦੁੱਖ ਨਹੀਂ, ਉਹ ਤੇ ਸਾਰੀ ਦੁੱਖ ਖਤਮ ਕਰਦਾ ਹੈ। ਪਰਮਾਤਮਾ ਦਾ ਨਾਮ ਜਿਹੜਾ, ਬਸ ਉਹਨੂੰ ਦਵਾਈ ਸਮਝ ਕੇ, ਔਸ਼ਧੀ ਸਮਝ ਕੇ ਪੀਣਾ ਹੈ। ਅਸੀਂ ਅੰਦਰ ਰੱਖ ਲੈਣਾ ਦਵਾਈ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ। ਅਸਲ 'ਚ ਕੀ ਹੁੰਦਾ ਹੈ ਕਿ ਵਿਸਥਾਰ ਜਦੋਂ ਸ਼ਬਦ ਦਾ ਕਰਨ ਲੱਗੀਏ ਤੇ ਹੁੰਦਾ ਹੈ ਸਮਾਂ ਇਜਾਜ਼ਤ ਨਹੀਂ ਦਿੰਦਾ। ਕਈ ਵਾਰੀ ਸਮਾਂ ਆਪਣੀ ਚਾਲ ਦੌੜਦਾ ਹੈ, ਉਹ ਕਿਸੇ ਦਾ ਸਕਾ ਨਹੀਂ ਹੈ। ਇੱਕ ਛੋਟੀ ਜਿਹੀ ਬੇਨਤੀ ਕਰਾਂ, ਗਣਕਾ ਦਾ ਜੀਵਨ ਫਿਰ ਕਿਤੇ ਵਿਚਾਰਾਂਗੇ ਆਪਾਂ ਨਾਲ। ਅਸੀਂ ਬਾਣੀ ਦਾ ਬਚਨ ਪੜ੍ਹਦੇ ਹਾਂ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰ। ਬੁਰਕੀ ਤੋੜ ਲਈ, ਸਬਜ਼ੀ ਲਾ ਲਈ ਨਾਲ, ਤੇ ਉਹਨੂੰ ਮੂੰਹ ਵਿੱਚ ਪਾ ਲਿਆ ਸੀ। ਉਹਨੂੰ ਚਿੱਥਣਾ ਸ਼ੁਰੂ ਕਰ ਦਿੱਤਾ। ਚਿੱਥਦੇ ਰਹੇ, ਪਰ ਉਹਨੂੰ ਅੰਦਰ ਨਹੀਂ ਨਿਕਲਿਆ। ਉਹਨੂੰ ਫਿਰ ਬਾਹਰ ਕੱਢ ਦਿੱਤਾ। ਉਹ ਰੋਟੀ ਅਸਰ ਕਰੇਗੀ? ਨਹੀਂ ਕਰੇਗੀ। ਰੋਟੀ ਤੇ ਅਸਰ ਕਰੇਗੀ ਜਦੋਂ ਉਹ ਪੇਟ ਵਿੱਚ ਜਾਏਗੀ। ਇੱਦਾਂ ਹੀ ਨਾ ਜਠ ਰਗਣੀ ਉਹਨੂੰ ਸਾੜੇਗੀ, ਉਹਦੇ ਤੱਤ ਜਿਹੜੇ ਨੇ ਉਹ ਸਰੀਰ ਨੂੰ ਦਊ ਤੇ ਮਲ ਬਣਾ ਕੇ ਬਾਕੀ ਸਭ ਕੁਝ ਬਾਹਰ ਕੱਢ ਦੂ, ਤਾਂ ਹੈ ਨਾ। ਅਸੀਂ ਪਰਮਾਤਮਾ ਦੇ ਨਾਮ ਨੂੰ ਜਪਣ ਵੀ ਲੱਗ ਪੈਂਦੇ ਹਾਂ, ਪਰ ਬਸ ਸਾਡੀ ਹਾਲਤ ਇਹ ਆ ਕਿ ਜਿਵੇਂ ਰੋਟੀ ਚਬਾ ਲਈ ਤੇ ਬਾਹਰ ਕੱਢ ਲਈ, ਨੂੰ ਅੰਦਰ ਨਹੀਂ ਲੈ ਕੇ ਜਾਂਦੇ ਅਸੀਂ। ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚਿਆ, ਉਹਨੂੰ ਨਿਗਲੇ ਵੀ ਅੰਦਰ। ਇਹ ਤੇ ਸਿੱਧੇ ਜਿਹੇ ਅਰਥ ਇਹ ਬਣਦੇ ਨੇ। ਤੇ ਫਿਰ ਕਹਿ ਦਿੱਤਾ ਤਿਸਕਾ ਹੋਏ ਉਧਾਰ। ਉਹਦਾ ਹੋਣਾ ਜੀ, ਦੂਜੇ ਦਾ ਉਧਾਰ ਨਹੀਂ ਹੋਏਗਾ। ਤੂੰ ਜਿੰਨਾ ਮਰਜ਼ੀ ਜ਼ੋਰ ਲਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਪਰਮਾਤਮਾ ਦਾ ਨਾਮ ਅਸੀਂ ਜਪ ਲੈਂਦੇ ਹਾਂ, ਪਰ ਉਹਨੂੰ ਅੰਦਰ ਤੱਕ ਨਹੀਂ ਲੈ ਕੇ ਜਾਂਦੇ ਅਸੀਂ। ਅੱਜ ਮੇਰੇ ਪਾਤਸ਼ਾਹ ਕਹਿੰਦੇ ਭਲਿਆ ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਗ ਦਲਗਾ, ਭਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਗਾ। ਰਾਉ ਦੇ ਬੰਦ ਵਿੱਚ ਮੇਰੇ ਮਨ, ਭਜ ਰਾਮ ਨਾਮ ਅਤ ਪਿਰਗਾ, ਪਿਰਗਾ ਪਿਆਰਾ। ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਦਿਓ ਮੁੱਲ
महंगा रहाओ। फिर अगे गुरु साहब कहते नरपत राजे रंग रस माण है। नरपत ते राजे दोवां दा अर्थ इक्को ही है, शब्द दो ने मायने इक्को। नरपत नरां दा पति, इंसानां दा मालक जिन्हों राजा कहा जाता है, नाल शब्द राजे आ गया, अर्थ इक्को ही। नरपत राजे रंग रस मान है। बड़े रंग बड़े रस मानते हैं अपने जीवन के अंदर बादशाह जड़े होंगे ने। बादशाह कहते बिन नावै पकड़ खड़े सब कलगा। जे उन्होंने कोल परमात्मा का नाम नहीं है ना तो समझ लो कलगा का अर्थ है काल। उन्होंने काल ने फड़ लेना, जकड़ लेना। जो उन्हें रंग रस के बड़े मानते तपो राज राजो नरक। तप करके राज ले लिया तो राज तो फिर नरक मिल गया। होंगी आ सच्चे बादशाह कहते नरपत राजे रंग रस मानै बिन नाम है पकड़ खड़े सब कलगा। जे उन्होंने को नाम नहीं काल फड़ लेगा उन्होंने। फिर की होएगा धर्म राय सिर डंड लगाना। फिर धर्मराज डंड लाएगा उन्होंने, सजा देगा उन्होंने। फिर पछताने हाथ फलगा। फिर पछताओगे हाथ मलणगे। हाथ ही मलते ना, वो कहते फिर पछताना कुछ नहीं होता, हाथ मलिया कुछ नहीं होएगा। फिर हर राख राख जन किरम तुम्हारे। सच्चे बादशाह एक किरपा कर, असी तेरे किरम आ, कीड़े आ असी तेरे दर ते, कुकर आ तेरे दर ते, सानू रख लै। हर राख राख जन किरम तुम्हारे, रख लै सानू। किरम आ कीड़े आ तेरे दर दे। शरनागत पुलक पुरख प्रत पलगा। तू प्रत पलगा पालन वाला सारिਆਂ ਨੂੰ। ਤੇ ਕਿਰਪਾ कर ਅਸੀਂ तेरी शरण ਵਿੱਚ आए हाँ, शरण ਵਿੱਚ आया ਨੂੰ रख लै। दर्शन संत देहो सुख पावै। अपनी बंदगी करन वालिਆਂ ਦੇ ਨਾਲ जोड़, ਉਹਨਾਂ ਦਾ दर्शन दे सानू, सानू भी सुख मिल जाए। ਉਹਨਾਂ ਨਾਲ सुख मिलेगा सानू। प्रभ लोच पूर जन तुमगा। मैं तेरा जन तुमगा ਦਾ अर्थ है तेरा जाना मेरी लोचा पूर दे। मेरी लोच मेरी इच्छा पूर। तुम समरथ पुरख वड्डे प्रभ स्वामी। तू समरथ है मेरे परमात्मा, तू वड्डा पुरख है स्वामी मालक है। तू मौका कीजै दान हर निमगा। मैनू निमख मातर निमगा निमख मातर अपने नाम का दान बख्श दे पातशाह। कदे सोचिए बाबा शेख फरीद साहब वर्गा तो कोई नहीं ना होया, बड़ी बंदगी सी उन्होंने दी। पर बाबा शेख फरीद साहब भी झोली अड्ड के उस परमात्मा तो पता की मंगते हैं। शेख फरीदा खैर दीजै बंदगी। खैर भीख नूं कहंदे ने। खैर दीजै, खैर दे मैनू, भीख दे। मैं तेरे दर ते खैर मंगण वाला मंगता बन के आया, तो मैं कुछ होर खैर नहीं मंगना, मैनू बंदगी दी खैर दे। तुम समरथ पुरख वड्डे प्रभ स्वामी। मौका कीजै दान। मैनू दान दे हर निमगा। सच्चे बादशाह मैनू दान दे अपने नाम का। मैं कुछ होर नहीं मंगदा, मैनू कुछ होर चाहिदा भी नहीं। अपने नाम का दान मैनू दे दे। जन नानक नाम मिलै सुख पावै। जिन्हों नाम मिलता है, चौथे पातशाह गुरु रामदास पातशाह कहते भाई जिन्हों नाम मिलता है सुख पावे, वो सुख प्राप्त कर लेंदा है। हर नाम विटहो सद घुमघा। घुमघा कुरबान। तो मैं उस परमात्मा के नाम तो कुरबान हाँ। मैं परमात्मा के उस नाम तो कहते सदके जाना, बलिहार जाना, वारने जाना, कुरबान जाना उस परमात्मा की बंदगी तो, दे नाम तो। ते सच्चे पातशाह कहते एक किरपा कर, किरपा ये कर भी मैनू अपना जो नाम है वो नाम बख्श दे। बादशाह कहते मैनू कुछ होर नहीं चाहिए, मैनू तेरा नाम चाहिए। तो तेरा वो नाम, क्योंकि वो दुख दूर करने वाला है, दरिद्र दूर करने वाला है, कलेश दूर करने वाला है। तेरा नाम सच्चे पातशाह सब कुछ मेटन वाला है। तो असी रोज़ाना गुरु साहब कोलों बड़ा कुछ मंगते हैं, बहुत कुछ मंगते हैं। तो एक दिन अरदास ये भी करिए सच्चे पातशाह अपने नाम की दात बख्श। ये झोली अपनी बंदगी दे नाल भर दे। भी मंगीए नितनेम, अमृत वेला भी मंग लीए, बंदगी मंग लीए हर साह दे नाल। मांगना मांगन नीका हर जस, गुर ते मांगना सतगुरु रहमत करन। अज इनियां को बेनतियां आप जी ने प्रवान कर लैनियां गुर शब्द की विचार करदिआं।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਰਬੱਤ ਸੰਗਤ ਆਪ ਜੀ ਬਖਸ਼ਣਹਾਰ ਹੋ। ਬੇਅੰਤ ਭੁੱਲਾਂ ਦੀ ਖਿਮਾ ਕਰੋ। ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ